सतनाम करता पुरख निरभउ निर्वैर अकाल मूरत अजूनी सैभं गुर प्रसाद। हमें दृष्ट शुभ करे हरै यग पाप सगल मल। काम क्रोध अर लोभ मोह वस करे सभय बल। सदा सुख मन वसै दुख संसार होवै। गुरु नवनित दरियाओ जन्म हम कालख धोवै। सो कहो टल गुर सेवियै अहनिस सहज सुभाए। दर्शन परसें गुरु के जन्म मरण दुख जाए। सतनाम वाहेगुरु साहिब जियो। राग सूही महला पंजवा घर पंजवा पड़ताल। एक ओंकार सतगुर प्रसाद। प्रीत प्रीत गुरिया मोहन लालना। जप मन गोबिंद एकै अवर नहीं को लेखै। संत लाग मन है छाड़ दुविधा की कुरिया। प्रीत प्रीत गुरिया मोहन लालना। जप मन गोबिंद एकै अवर नहीं को लेखै। संत लाग मन है छाड़ दुविधा की कुरिया। रहा निर्गुण हरिया सरगुण धरिया। अनिक कोठरिया भिन्न 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 करिया। विच मन कोटवरिया निज मंदर प्रिया। तहाँ आनंद करिया। नह मरिया नह जरिया कीर्तन जुरिया। बहुविध फिरिया पर को हिरिया। बिखना क्रिया अब साधु संग परिया। हर द्वार है खरिया दर्शन करिया। नानक गुर मिरिया बाहुर ना फिरिया। हर द्वार है खरिया दर्शन करिया। नानक गुर मिरिया बाहुर ना फिरिया। वाहिगुरु जी का खालसा वाहिगुरु जी की फतेह। जुगो जुग अटल शब्द सतगुरु धन धन गुरु ग्रंथ साहिब जी
ਦਾਤਾਰ ਪਿਤਾ ਪਰਿਪੂਰਨ ਅਕਾਲ ਪੁਰਖ ਵਾਹਿਗੁਰੂ ਆਪ ਜੀਆਂ ਦੀ ਅਪਾਰ ਬਖਸ਼ਿਸ਼ ਹੈ। ਮਨੁੱਖੀ ਜੀਵਨ ਦੇ ਸਫ਼ਰ ਨੂੰ ਅਸੀਂ ਮਾਣ ਰਹੇ ਹਾਂ। ਸ਼ਾਮ ਸਮੇਂ ਗੁਰਦੁਆਰਾ ਸਾਹਿਬ ਤੋਂ ਬਾਣੀ ਦੇ ਪ੍ਰਚਾਰ ਪ੍ਰਸਾਰ ਗੋਚਰੇ ਇਹ ਦੀਵਾਨ ਚੱਲ ਰਹੇ ਨੇ। ਆਪ ਕੁਝ ਰੂਹਾਂ ਗੁਰ ਹਜ਼ੂਰ ਹਾਜ਼ਰ ਹੋ ਕੇ ਗੁਰ ਸ਼ਬਦ ਦੇ ਨਾਲ ਆਤਮਸਾਤ ਹੋ ਰਹੇ ਹੋ, ਵਡਭਾਗੀ ਹੋ। ਇਸ ਤੋਂ ਬਿਨਾਂ ਟੈਲੀਵਿਜ਼ਨ ਰਾਹੀਂ ਜਾਂ ਹੋਰ ਸੋਸ਼ਲ ਮੀਡੀਆ ਦੇ ਜੋ ਆਊਟਲੈਟਸ ਹੈਗੇ ਨੇ ਉਹਨਾਂ ਰਾਹੀਂ ਦੂਰ ਦਰਾਜ਼ ਘਰਾਂ ਥਾਵਾਂ 'ਤੇ ਗੁਰ ਸ਼ਬਦ ਦਾ ਆਨੰਦ ਮਾਣ ਰਹੀ ਸੰਗਤ, ਉਹ ਵੀ ਵਡਭਾਗੀ ਹੈ। ਹਰੀ ਜਸ ਕੀਰਤਨ ਅਜੇ ਹੁਣੇ ਆਪ ਸਰਵਨ ਕਰ ਰਹੇ ਸੀ ਭਾਈ ਸਾਹਿਬ ਤੋਂ। ਹੁਣ ਗੁਰਬਾਣੀ ਵਿਚਾਰ ਦਾ ਸਮਾਂ ਹੈ। ਇਸ ਗੋਚਰੇ ਸੂਹੀ ਰਾਗ ਵਿਚਾਰਿਆ ਜਾ ਰਿਹਾ ਹੈ। ਜੋ ਸ਼ਬਦ ਆਪ ਨੇ ਸਰਵਨ ਕੀਤਾ ਹੈ, ਇਹਦਾ ਸਮੁੱਚਾ ਸਿਰਨਾਮਾ ਪਹਿਲਾਂ ਅਸੀਂ ਉਹਦੇ ਉੱਤੇ ਦੋ ਪਲ ਲਈ ਵਿਚਾਰ ਕਰਾਂਗੇ, ਫਿਰ ਸ਼ਬਦ ਦੀ ਪ੍ਰਾਰੰਭਤਾ ਹੋਏਗੀ। ਇਹਦਾ ਸਿਰਨਾਮਾ ਬਣਦਾ ਹੈ ਰਾਗ ਸੂਹੀ, ਮਹਲਾ ਪੰਜਵਾਂ, ਘਰ ਪੰਜਵਾਂ, ਪੜਤਾਲ, ਇੱਕੋ ਓਂਕਾਰ, ਸਤਿਗੁਰ ਪ੍ਰਸਾਦ। ਸੂਹੀ ਰਾਗ ਵਿੱਚ ਗੁਰੂ ਅਰਜਨ ਸਾਹਿਬ ਬਚਨ ਉਚਰਿਤ ਕਰ ਰਹੇ ਨੇ। ਘਰ ਪੰਜਵਾਂ ਗਾਇਨ ਕਰਨ ਲਈ ਹਿਦਾਇਤੀ ਸੰਕੇਤ ਨੇ। ਜਦੋਂ ਇਸ ਬਚਨ ਨੂੰ ਗਾਇਆ ਜਾਏ, ਤਾਲ ਮੁਜ਼ਬ, ਜਿਹਨੂੰ ਅਸੀਂ ਰਿਦਮ ਕਹਿੰਦੇ ਹਾਂ, ਥਾਪ, ਕਿਉਂਕਿ ਜਦੋਂ ਮਿਊਜ਼ਿਕ, whenever music happens, then definitely we have to fulfill two conditions. One is melodious note, ਜਿਹੜੀ ਪਿੱਚ ਤੇ ਗਾਇਆ ਜਾਣਾ ਹੈ। ਦੂਸਰਾ, ਜਿਸ ਨੂੰ ਰਿਦਮ ਕਿਹਾ ਜਾਂਦਾ, ਥਾਪ, ਜਿਹੜਾ ਸੁਰ ਦਾ ਸੰਬੰਧ ਹੈ ਉਹ ਡੈਫੀਨੇਟਲੀ ਰਾਗ ਦੇ ਨਾਲ ਹੈ, ਤੇ ਜੋ ਰਿਦਮ ਦਾ ਸੰਬੰਧ ਆ ਉਹ ਥਾਪ ਦੇ ਨਾਲ ਹੈ। ਸੋ ਇੱਥੇ ਪੰਜਵੇਂ ਘਰ ਦੀਆਂ ਥਾਪਾਂ, ਉਸ ਦੀ ਬਾਤ ਹੋ ਰਹੀ ਹੈ। ਅੱਗੇ ਵਰਡ ਆ ਰਿਹਾ ਹੈ ਪੜਤਾਲ। ਸ਼ਬਦਕੋਸ਼ਾਂ ਦੇ ਵਿੱਚ ਜਿਵੇਂ ਦੀ ਟਰਾਂਸਲੇਸ਼ਨ ਮਿਲਦੀ ਹੈ ਸਾਨੂੰ, ਉਹ ਹੈ ਕਿ ਤਾਲ ਦਾ ਵਾਰ-ਵਾਰ ਦੁਹਰਾਓ, ਵਾਰ-ਵਾਰ ਪੈਣਾ, ਪੜਤਾਲ। ਸਾਡੇ ਕੋਲ ਗੁਰਬਾਣੀ ਸੰਗੀਤ ਨੂੰ ਸਮਝਣ ਵਾਲੇ ਕੁਝ ਰੂਹਾਂ ਹੈਗੀਆਂ ਨੇ ਜਿਨ੍ਹਾਂ ਨੇ ਕੁਝ ਲਿਖਿਆ ਵੀ ਹੈ, ਕੁਝ ਉਸ ਰੂਪ ਦੇ ਵਿੱਚ। ਪਰ ਇਹ ਵੀ ਕਿਹਾ ਜਾਂਦਾ ਕਿ ਗੁਰਮਤਿ ਸਕੂਲ ਦਾ ਇੱਕ ਵੱਡਾ ਹਿੱਸਾ ਸਾਡੀ ਸੰਭਾਲ ਤੋਂ ਬਾਹਰ ਰਹਿ ਗਿਆ, ਉਹ ਚਲਾ ਗਿਆ। ਮਗਰ ਅਜੇ ਵੀ ਜੇ ਤੁਸੀਂ ਈਵਨ ਅੱਜ ਦੇ YouTube ਦੇ ਦੌਰ ਦੇ ਵਿੱਚ, ਇੰਟਰਨੈਟ ਦੇ ਦੌਰ ਦੇ ਵਿੱਚ ਗੁਰਬਾਣੀ ਪੜਤਾਲ ਪਾਓਗੇ, ਤੁਹਾਨੂੰ ਆ ਜਾਏਗਾ ਪੜਤਾਲ ਕਿਵੇਂ ਗਾਈ ਜਾਂਦੀ ਹੈ। ਈਵਨ ਇਹ ਸ਼ਬਦ ਹੀ ਗਾਇਆ ਮਿਲ ਜੇ ਸ਼ਾਇਦ ਤੁਹਾਨੂੰ। ਸੋ ਪੜਤਾਲਾਂ ਦੇ ਵਿੱਚ ਵਾਰ-ਵਾਰ ਤਾਲ ਥਾਪ ਬਦਲਦੀ ਹੈ, ਸੇਮ ਉਸੇ ਲੈਵਲ 'ਤੇ, ਫਿਰ ਉਹ ਵਾਰ-ਵਾਰ ਪੰਕਤੀ ਦਾ ਦੁਹਰਾਓ ਹੁੰਦਾ ਹੈ। ਇਹ ਰਚਨਾ ਲਿਖੀ ਵੀ ਐਵੇਂ ਗਈ ਹੈ ਜੇ ਸਮੁੱਚਾ ਸ਼ਬਦ ਤੁਸੀਂ ਪੜ੍ਹੋਗੇ ਤੇ, ਕਿਉਂਕਿ ਸਾਰੇ ਸ਼ਬਦ ਦੇ ਵਿੱਚ ਸਿਰਫ ਤੁਹਾਨੂੰ ਦੋ ਪਦੇ ਮਿਲਣਗੇ, ਮਤਲਬ ਲੰਮੇਰੀਆਂ ਲਾਈਨਾਂ ਨੇ, ਤੇ ਛੋਟੇ ਛੋਟੇ ਪੌਜ਼ ਦੇ ਨਾਲ, ਛੋਟੇ ਛੋਟੇ ਉਹਨਾਂ ਦੇ ਵਿੱਚ, ਜਿਨ੍ਹਾਂ ਨੂੰ ਅਸੀਂ ਅੱਜ ਦੀ ਜ਼ਬਾਨ ਦੇ ਵਿੱਚ ਸੈਮੀ ਕਾਲਮਸ ਕਹਿੰਦੇ ਹਾਂ। ਪਰ ਕਿਉਂਕਿ ਸਾਡੇ ਟ੍ਰੈਡੀਸ਼ਨਲ ਵੇ ਦੇ ਨਾਲ ਸਿਰਫ ਇੱਕੋ ਹੀ ਤਰੀਕਾ ਸੀਗਾ ਕਿਸੇ ਚੀਜ਼ ਨੂੰ ਸਮੁੱਚੇ ਰੂਪ ਦੇ ਵਿੱਚ ਪੌਜ਼ ਦੇਣ ਲਈ, ਜਿਹਨੂੰ ਅਸੀਂ ਫੁੱਲ ਸਟਾਪ ਕਹਿ ਦਿੰਦੇ ਹਾਂ ਜਾਂ ਪੀਰੀਅਡ ਕਹਿ ਦਿੰਦੇ ਹਾਂ ਅੱਜ ਦੀ ਮਾਡਰਨ ਲੈਂਗੁਏਜ ਦੇ ਵਿੱਚ, ਜਾਂ ਕਾਲਮ ਜਾਂ ਸੈਮੀ ਕਾਲਮ, ਕੋਮੇ ਵਗੈਰਾ ਕਹਿ ਦਿੰਦੇ ਹਾਂ। ਸਾਡੇ ਹੁੰਦਾ ਸੀਗਾ ਕਿ ਸਿਰਫ ਦੋ ਡੰਡੇ ਹੀ ਲਾਣੇ ਨੇ। ਅੱਜ ਦੀ ਪੰਜਾਬੀ ਲਿਖਾਵਟ ਦੇ ਵਿੱਚ, ਈਵਨ ਭਾਰਤੀ ਜ਼ਬਾਨਾਂ ਦੀ ਬਹੁਤੀ ਲਿਖਾਵਟ ਦੇ ਵਿੱਚ, ਦੋ ਡੰਡਿਆਂ ਦੀ ਥਾਂ ਇੱਕ ਡੰਡਾ ਹੀ ਲਾਇਆ ਜਾਂਦਾ ਹੈਗਾ। ਪਰ ਹਾਂ, ਕਾਲਮ ਸੈਮੀ ਕਾਲਮਸ ਜਿਹੜੇ ਨੇ ਉਹ ਸਾਰੇ ਅਡਾਪਟ ਕਰ ਲਏ ਨੇ। ਹਾਲਾਂਕਿ ਟ੍ਰੈਡੀਸ਼ਨਲ ਵਿੱਚ ਐਸਾ ਨਹੀਂ ਸੀਗਾ। ਈਵਨ ਜਿਹੜੀ ਟ੍ਰੈਡੀਸ਼ਨਲ ਰਾਈਟਿੰਗ ਸੀਗੀ ਉਹ ਸੰਗਲੀਬੱਧ ਹੁੰਦੀ ਸੀਗੀ, ਮਤਲਬ ਇੱਕੋ ਹੀ ਜਿਹੜਾ ਹੈਗਾ ਜੁੜਾਅ ਦੇ ਨਾਲ ਲਿਖਿਆ ਜਾਂਦਾ ਸਾਰਾ ਕੁਝ, ਜਿਹਨੂੰ ਅਸੀਂ ਜੋੜਵੇਂ ਅੱਖਰ ਕਹਿ ਦਿੰਦੇ ਹੈਗੇ ਆ। ਪੜ੍ਹਨ ਵਾਲੇ ਨੇ ਐਫਰਟ ਪਾ ਕੇ ਉਹਦੇ ਵਿੱਚੋਂ ਜਿਹੜਾ ਸਮਝਣਾ। ਇਹ ਇੱਕ ਬੜਾ ਇੱਕ ਕਲਾਸੀਕਲ ਆਰਟ ਵੀ ਸੀਗੀ ਬੰਦੇ ਦੀ। ਬੰਦਾ ਦੇਖੇ ਤੇ ਤੁਸੀਂ ਦੇਖਦੇ ਵੀ ਹੈਗੇ, ਈਵਨ ਇਨਕਲੂਡਿੰਗ ਮੀ। ਮੈਂ
ਜਿਹੜੀ ਲੜੀਵਾਰ ਬਾਣੀ ਦੇ ਸਰੂਪ ਨੇ ਉਹ ਪੜ੍ਹਨ ਲੱਗਿਆ ਬੜਾ ਹਾਰਡ ਟਾਈਮ ਮੰਗਦਾ, ਕਿਉਂਕਿ ਮੇਰੀ ਕੋਈ ਐਕਸਰਸਾਈਜ਼ ਨਹੀਂ, ਪ੍ਰੈਕਟਿਸ ਨਹੀਂ ਉਹਦੇ ਵਿੱਚ। ਹਾਂ, ਜਿਨ੍ਹਾਂ ਲੋਕਾਂ ਨੇ ਇਹਦੇ ਬਾਬਤ ਕੀਤਾ, ਮੈਂ ਤਾਂ ਇੱਕ ਦੋ ਵਾਰ ਜਿਹੜਾ ਹੈਗਾ ਮੈਨੂਸਕ੍ਰਿਪਚਰ 'ਤੇ ਕੰਮ ਕਰਦੇ ਇੱਕ ਲੰਡਨ ਲਾਇਬ੍ਰੇਰੀ ਦੇ ਬੱਚੇ ਨੂੰ ਮਿਲਿਆ ਸੀਗਾ, ਕਮਾਲ ਦੇ ਨਾਲ ਹੱਥ ਲਿਖਤ ਸਰੂਪ ਸੀਗਾ, ਕਾਫੀ ਪੁਰਾਣਾ, ਅਤੇ ਉਹ ਸਾਨੂੰ ਪੜ੍ਹਨ ਲੱਗਿਆ ਦਿੱਕਤ ਆ ਰਹੀ ਸੀ। ਜਦੋਂ ਉਹਨੇ ਪੜ੍ਹਿਆ ਤਾਂ ਇੰਨੀ ਸਪੀਡ ਨਾਲ ਪੜ੍ਹਿਆ, ਕਮਾਲ ਹੋ ਗਈ। ਮੈਨੂੰ ਦੇਖ ਕੇ ਬੜਾ ਹੈਰਾਨ ਰਹਿ ਗਿਆ। ਸੋ ਇਸ ਵਿੱਚ ਜਿਹੜੀ ਇਹ ਵੀ ਇੱਕ ਐਜੂਕੇਸ਼ਨ ਹੈ, ਇੱਕ ਐਕਸਰਸਾਈਜ਼, ਪ੍ਰੈਕਟਿਸ ਹੈ ਪੂਰੀ ਦੀ ਪੂਰੀ। ਪਰ ਹਾਂ, ਜੇ ਜਿਹੜੀ ਬਾਤ ਮੈਂ ਕਰਨ ਲੱਗਾ ਸੀਗਾ, ਜਦੋਂ ਸ਼ਬਦ ਨੂੰ ਦੇਖਦੇ ਹਾਂ ਅਤੇ ਇਹਦੇ ਵਿੱਚ ਜਿਹੜੇ ਸਟੈਂਜਾਜ਼ ਨੇ, ਉਹਦੇ ਪਹਿਰੇ ਨੇ ਸਾਰੇ ਸ਼ਬਦ ਦੇ, ਉਹ ਦੋ ਹੀ ਨੇ ਲੰਮੇਰੇ, ਵਿੱਚ ਛੋਟੀਆਂ ਪੰਗਤੀਆਂ ਪੌਜ਼ ਪਾ ਕੇ ਲਿਖੀਆਂ ਗਈਆਂ ਨੇ। ਅੱਗੇ ਮੂਲ ਮੰਤਰ ਦਾ ਸੰਕਸ਼ਿਪਤ ਸਰੂਪ ਹੈ ਪੜਤਾਲ ਲਿਖਣ ਤੋਂ ਬਾਅਦ। ਇੱਕ ਓਂਕਾਰ ਸਤਿਗੁਰ ਪ੍ਰਸਾਦ, ਇਹਦੇ ਜਿਹੜੇ ਮੀਨਿੰਗਸ ਨੇ, ਇੱਕ ਓਂਕਾਰ ਜਿਹੜਾ ਅੱਖਰ ਅਸੀਂ ਪਹਿਲਾ ਗੁਰੂ ਗ੍ਰੰਥ ਸਾਹਿਬ ਵਿੱਚ ਪੜ੍ਹਦੇ ਹਾਂ ਇਸ ਤਰੀਕੇ ਨਾਲ, ਨਿਊਮਰਲ ਨੰਬਰਸ, ਜਿਹੜਾ ਪੰਜਾਬੀ ਲਿਖਾਵਟ ਸਟਾਈਲ ਹੈ ਗਿਣਤੀ ਲਿਖਣ ਦਾ, ਉਹਦੇ 'ਚ ਏਕਾ ਪਾਇਆ ਹੈ, ਫਿਰ ਇਸ ਤਰੀਕੇ ਨਾਲ ਊੜਾ ਪਾਇਆ ਹੈ ਖੁੱਲ੍ਹੇ ਮੂੰਹ ਵਾਲਾ, ਉਸ ਤੋਂ ਬਾਅਦ ਫਿਰ ਇੱਕ ਉਹਦੇ ਨਾਲ ਐਕਸਟਰਾ ਇੱਕ ਜਿਹੜਾ ਹੈਗਾ ਲਾਈਨ ਲਗਾਈ ਗਈ ਹੈ। ਜੋ ਉਹਦੀ ਜੇ ਤੁਸੀਂ ਲਿਖਾਵਟ ਹੀ ਦੇਖਦੇ ਹੋ ਤਾਂ ਫਿਰ ਇਹ ਹੈ ਵੀ ਇੱਕ ਓ, ਦੈਟਸ ਇਜ਼ ਓਨਲੀ ਰਿਟਨ ਓਵਰ ਦੇਅਰ, ਬਟ ਵੈਨ ਵੀ ਪ੍ਰੋਨਾਊਂਸ ਇਟ, ਵੀ ਨੈਵਰ ਪ੍ਰੋਨਾਊਂਸ ਇਟ ਓ, ਵੀ ਪ੍ਰੋਨਾਊਂਸ ਇਟ ਓਂਕਾਰ। ਦੈਟ ਪ੍ਰੋਨਾਊਂਸੀਏਸ਼ਨ ਇਜ਼ ਕਮਿੰਗ ਵਿਦ ਟ੍ਰੈਡੀਸ਼ਨਸ। ਸਾਡੀਆਂ ਰਵਾਇਤਾਂ ਦੇ ਵਿੱਚੋਂ ਸਾਡੇ ਬਜ਼ੁਰਗਾਂ ਨੇ ਸਾਨੂੰ ਦੱਸਿਆ ਇਹਦਾ ਉਚਾਰਨ ਇਹ ਹੈ, ਇਹਦਾ ਉਚਾਰਨ ਹੈ, ਅਸੀਂ ਸੁਣਦੇ ਆਏ ਲਗਾਤਾਰ। ਹੁਣ ਉਹਦੇ ਅਰਥ ਭਾਵ ਨੂੰ ਲਈਏ, ਇੱਕ ਦਾ ਮਤਲਬ ਹੈ ਵਹਿਦਿਕ, ਜਦੋਂ ਅਸੀਂ ਉਹਨੂੰ ਅੱਜ ਦੀ ਇੰਗਲਿਸ਼ ਵਿੱਚ ਟਰਾਂਸਲੇਟ ਕਰਦੇ ਹਾਂ ਅਤੇ ਕਹਿੰਦੇ ਹਾਂ ਉਸ ਏਕੇ ਦਾ ਮਤਲਬ ਹੈ ਓਨਲੀ ਐਂਡ ਓਨਲੀ ਵਨ। ਰੱਬ 2 4 5 10 15 50 ਨਹੀਂ ਹੈਗੇ, ਇੱਕ ਹੀ ਹੈ। ਉਹ ਹਸਤੀ, ਉਹ ਸ਼ਕਤੀ ਜਿਹੜੀ ਸਾਡੇ ਸਭ ਦੇ ਵਿੱਚ ਵਿਦਮਾਨ। ਹਾਲਾਂਕਿ ਸ਼ਬਦ ਇਹਦੀ ਐਕਸਪਲੇਨੇਸ਼ਨ ਕਰੇਗਾ ਅੱਗੇ ਜਾ ਕੇ, ਕਿਉਂ ਗੁਰੂ ਗ੍ਰੰਥ ਸਾਹਿਬ ਦੀ ਇਹੀ ਗਲੋਰੀ ਹੈ ਨਾ, ਇਹਦੇ 'ਚ ਵਾਰ-ਵਾਰ ਰੈਪੀਟੀਸ਼ਨ ਵਿੱਚ ਚੀਜ਼ਾਂ ਦੀ ਡਰਿਲਿੰਗ ਹੁੰਦੀ ਹੈ। ਇੱਕ ਦਾ ਮਤਲਬ ਇੱਕ, ਸਿਰਫ ਇੱਕ, ਮੇਰਾ ਤੁਹਾਡਾ ਕਿਸੇ ਹੋਰ ਦਾ ਕੋਈ ਦੂਸਰਾ ਰੱਬ ਨਹੀਂ ਹੈਗਾ, ਇੱਕੋ ਹੀ ਉਸ ਪਰਵਰਦਿਗਾਰ ਦੀ, ਉਸ ਅਕਾਲ ਪੁਰਖ ਦੀ, ਉਸ ਵਾਹਿਗੁਰੂ ਜੀ ਦੀ ਅਸੀਂ ਪੈਦਾਇਸ਼ ਹਾਂ, ਸਾਡੀ ਸਿਰਜਣਾ ਆ, ਉਹਦੇ ਨਾਲ ਹੀ ਸਾਡਾ ਸੰਬੰਧ ਆ। ਇੱਕ ਉਹ ਇੱਕ ਕਿਹੋ ਜਿਹਾ ਹੈ, ਅਤੇ ਵੀ ਬੰਦੇ ਨੂੰ ਕਈ ਵਾਰੀ ਬੰਦਾ ਕਿਊਰੀਅਸ ਹੁੰਦਾ ਕਿ ਗॉड ਕ੍ਰੀਏਟਰ, ਹਾਊ ਕੈਨ ਆਈ ਅੰਡਰਸਟੈਂਡ ਵਟ ਗॉड ਇਜ਼, ਰੱਬ ਕੀ ਹੈ, ਮੈਨੂੰ ਕਿਵੇਂ ਪਤਾ ਲੱਗੇਗਾ। ਮਹਾਰਾਜ ਨੇ ਬਿਆਨ ਕੀਤਾ ਓ ਓਂਕਾਰ, ਇਹਦੇ 3 ਪ੍ਰੋਨਾਊਂਸੀਏਸ਼ਨ ਬਣਦੇ ਨੇ, ਓ ਓਂਕਾਰ। ਓ ਦਾ ਮਤਲਬ ਹੈ ਅਵਿਥ, ਵਿਦਾਊਟ ਐਨੀ ਗੈਪ। ਉਹ ਹਸਤੀ ਜਿਹੜੀ ਕਿਤੇ ਵੀ ਐਸਾ ਨਹੀਂ ਕਹਿ ਸਕਦੇ ਜਿੱਥੇ ਉਹ ਮੌਜੂਦ ਨਾ ਹੋਏ, ਹਰ ਜਗ੍ਹਾ 'ਤੇ ਮੌਜੂਦ ਹੈ। ਅੱਜ ਐਂਟੀ ਰੇਸ਼ਿਜ਼ਮ ਦੀ ਗੱਲ ਹੋ ਰਹੀ ਹੈ ਵੱਡੇ ਲੈਵਲ 'ਤੇ, ਆਲ ਓਵਰ ਦਾ ਗਲੋਬ। ਅਮਰੀਕਾ ਤੋਂ ਮੂਵਮੈਂਟ ਸ਼ੁਰੂ ਹੋਈ, ਹਰ ਜਗ੍ਹਾ 'ਤੇ ਪਹੁੰਚ ਗਈ। ਇਹਦਾ ਮਤਲਬ ਕੀ ਹੈ? ਜਿੱਥੇ ਜਾ ਕੇ ਲੋਕ ਐਂਡ ਹੋਣਗੇ, ਜਿਸ ਐਂਟੀ ਸੋਸ਼ਲ ਮੂਵਮੈਂਟ ਨੂੰ ਬੰਦੇ ਲੋਕ ਕਰਦੇ ਆ, ਜਿੱਥੇ ਜਿਹੜਾ ਵਾਕਿਆ 'ਚ ਇੱਕ ਪੋਜ਼ੀਟਿਵ ਰਿਜ਼ਲਟ ਇੱਕ ਦਿਨ ਨਿਕਲੇਗਾ, ਉਹ ਇਹੀ ਨਿਕਲੇਗਾ, ਸਭ ਮੈਂ ਜੋਤ ਜੋਤ ਹੈ, ਸਭ ਵਿੱਚ ਰੱਬ ਦੀ ਜੋਤ ਹੈ, ਸਭ ਇੱਕੋ ਜਿਹੇ ਨੇ। ਉਹ ਅਵਿਤ, ਇੱਕੋ ਜਿਹੇ। ਫਿਰ ਉਹਨੂੰ ਥੋੜ੍ਹਾ ਹੋਰ ਅੱਗੇ ਜਾ ਕੇ ਕਿਹਾ, ਜਿਹੜਾ ਅੰਗ ਲਫ਼ਜ਼ ਆ, ਜਿਵੇਂ ਅਸੀਂ ਗੰਗਾ ਜਾਂ ਹਾਂਗਕਾਂਗ ਕਹਿੰਦੇ ਹਾਂ, ਜਿਹੜਾ ਅੰਦਰਲਾ ਖਾਸ ਕਰਕੇ ਜਿਹਨੂੰ ਅੰਗੇ ਦੀ ਪ੍ਰੋਨਾਊਂਸੀਏਸ਼ਨ ਕਹਿੰਦੇ ਆ, ਨੱਕ ਦੇ ਬਿਲਕੁਲ ਨੇਜ਼ਲ ਸਾਊਂਡ ਦੇ ਨਾਲ, ਉਹਦਾ ਮਤਲਬ ਹੈ ਇਕਰਸ, ਇੱਕੋ ਜਿਹਾ, ਐਕੂਰੇਟ, ਬਿਨਾਂ ਵਿੱਥ ਤੋਂ ਅਤੇ ਐਕੂਰੇਟਲੀ, ਇੱਕ ਰੂਪਤਾ ਦੇ ਵਿੱਚ ਰੱਬ ਜੀ ਉਹ ਹੈ। ਨਾ ਉਹ ਵਿੱਥ ਵਿੱਚ ਵਿਤਕਰੇ ਵਿੱਚ ਹੈ, ਨਾ ਉਹ ਘੱਟ ਤੇ ਵੱਧ ਹੈ, ਇੱਕ ਰੂਪਤਾ ਦੇ ਵਿੱਚ ਹੈ। ਫਿਰ ਅਗਲੀ ਚੀਜ਼ ਜਿਹੜੀ ਆਉਂਦੀ ਹੈ ਉਹਦਾ ਦਾ ਕੰਟੀਨਮ, ਉਹਦੀ ਲਗਾਤਾਰਤਾ। ਕਿਉਂਕਿ ਇਹ ਨਹੀਂ ਹੋ ਸਕਦਾ ਕਿਸੇ ਯੁੱਗ 'ਚ ਰੱਬ ਸੀ, ਅਗਲੇ ਯੁੱਗ 'ਚ ਘਟ ਗਿਆ। ਜਿਵੇਂ ਆਮ ਕਰਕੇ ਭਾਰਤੀ ਖਿੱਤੇ ਦਾ ਲਿਟਰੇਚਰ ਕਈ ਵਾਰੀ ਬਿਆਨ ਕਰਦਾ, ਸਤਯੁੱਗ ਰੱਬ ਸੀ, ਤ੍ਰੇਤਾ ਘਟ ਗਿਆ, ਦੁਆਪਰ ਹੋਰ, ਕਲਯੁੱਗ ਆ ਗਿਆ, ਰੱਬ ਵੀ ਨਹੀਂ ਰਿਹਾ, ਦੂਰ ਚਲਾ ਗਿਆ, ਕਿਤੇ ਹੈ ਹੀ ਨਹੀਂ। ਇਹ ਸਾਰੇ ਨੂੰ ਕਾਰ ਕੰਟੀਨਿਊਸਲੀ, ਲਗਾਤਾਰ, ਉਹ ਕੱਲ੍ਹ ਵੀ ਸੀ, ਉਹ ਅੱਜ ਵੀ ਹੈ, ਉਹ ਆਉਂਦੇ ਕੱਲ੍ਹ ਵੀ ਹੋਏਗਾ। ਇਹਦੀ ਐਕਸਪਲੇਨੇਸ਼ਨ ਤੁਸੀਂ ਜਪਜੀ ਸਾਹਿਬ ਦੀ ਸ਼ੁਰੂਆਤ 'ਚ ਹੀ ਪੜ੍ਹ ਲੈਂਦੇ ਹੋ। ਆਦਿ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਨਾ ਸੱਚ ਕੱਲ੍ਹ ਮਰਿਆ, ਨਾ ਅੱਜ ਮਰੇਗਾ, ਨਾ ਅੱਜ ਮਰਿਆ, ਨਾ ਆਉਂਦੇ ਕੱਲ੍ਹ ਮਰੇਗਾ। ਸੋ ਉਹ ਹੈ
ਕਾਰ ਅਵਿਥ ਇੱਕ ਰਸ ਲਗਾਤਾਰਤਾ ਨਾਲ ਵਿਆਪ ਰਿਹਾ ਹੈ, ਜਿਹਨੂੰ ਕਿਹਾ ਗਿਆ ਵਿਦਾਊਟ ਗੈਪ, ਐਕੂਰੇਟਲੀ, ਕੰਟੀਨਿਊਸਲੀ। ਉਸ ਹਸਤੀ ਨੂੰ ਓਂਕਾਰ। ਸੋ ਇੱਕ ਉਹ ਇਸ ਰੂਪ ਦੇ ਵਿੱਚ ਹੈ, ਉਹਦੇ ਨਾਲ ਇਸ ਕਿਸਮ ਦੀ ਸਾਂਝ ਬਣਾ ਬੰਦੇ, ਇਸ ਰੂਪ ਵਿੱਚ ਉਹਦੇ ਨਾਲ ਜਿਹੜਾ ਤੂੰ ਜੁੜਨਾ ਹੈ। ਹੁਣ ਅਗਲਾ ਪੜਾਅ ਹੈ ਇਹੋ ਜਿਹੇ ਓਂਕਾਰ ਜਿਹਦੀ ਹਸਤੀ ਨਿਰਗੁਣ ਸਰੂਪ ਹੋ ਕੇ, ਜਿਹਨੂੰ ਅਸੀਂ ਕਹਿੰਦੇ ਹਾਂ ਕਿ ਓਮਨੀ ਪ੍ਰੈਜ਼ੈਂਟ ਆ। ਉਹਦੀ ਉਸ ਓਮਨੀ ਪ੍ਰੈਜ਼ੈਂਸ ਨੂੰ, ਨਿਰਗੁਣ ਸਰੂਪਤਾ ਨੂੰ ਅਸੀਂ ਕਿਵੇਂ ਇੰਜੋਏ ਕਰਾਂਗੇ, ਕਿਵੇਂ ਮਾਣਾਂਗੇ? ਹਾਊ ਕੈਨ ਵੀ ਮੇਕ ਐਨੀ ਕਨੈਕਸ਼ਨ ਵਿਦ ਦੈਟ ਆਲਮਾਈਟੀ? ਮਹਾਰਾਜ ਨੇ ਬਚਨ ਲਿਖਿਆ, ਸਤਿਗੁਰ ਪ੍ਰਸਾਦ, ਸੱਚੇ ਗੁਰੂ ਦੀ ਨਵਾਜ਼ਿਸ਼, ਬਖਸ਼ਿਸ਼, ਕਿਰਪਾ ਦੇ ਨਾਲ। ਸੋ ਇੱਥੇ ਹੈ ਵਿਦ ਦ ਹੈਲਪ ਆਫ ਗੁਰੂਜ਼ ਗ੍ਰੇਸ, ਜਿਹੜੀ ਗੁਰੂ ਦੀ ਬਖਸ਼ਿਸ਼ ਹੈ ਉਹਦੇ ਨਾਲ ਗੁਰੂ ਤੁਹਾਨੂੰ ਵਿਜ਼ਨਰੀ ਬਣਾਉਂਦਾ ਹੈ। ਅਤੇ ਵਿਜ਼ਨਰੀ ਕਿਵੇਂ ਬਣਾਉਂਦਾ ਹੈ? ਕਿਉਂਕਿ ਜੋ ਚੀਜ਼ ਸਾਡੇ ਜ਼ਹਿਨ ਵਿੱਚ ਪੈਂਦੀ ਉਹ ਪੈਂਦੀ ਹੈ ਇੰਟਲੈਕਟ ਦੇ ਜ਼ਰੀਏ। ਗੁਰੂ ਉਸ ਨੂੰ ਬੜਾ ਸ਼ਾਰਪਨ ਕਰਦਾ, ਬੜਾ ਤੇਜ਼ ਬਣਾਉਂਦਾ, ਬੜਾ ਉਸ ਲੈਵਲ 'ਤੇ ਬਣਾਉਂਦਾ ਹੈ, ਤੁਸੀਂ ਚੀਜ਼ਾਂ ਨੂੰ ਸਹੀ ਪਰਸਪੈਕਟਿਵ ਦੇ ਵਿੱਚ ਅੰਡਰਸਟੈਂਡ ਕਰਨੀਆਂ ਸ਼ੁਰੂ ਕਰ ਦਿੰਦੇ ਹੋ। ਇਹ ਗੁਰੂ ਦੀ ਇਹੀ ਖਾਸੀਅਤ ਹੈ ਨਾ ਗੁਰੂ ਦੀ। ਅਦਰਵਾਈਜ਼ ਤਾਂ ਫਿਰ ਬੰਦਾ ਜਿਹੜਾ ਹੈ ਸਭ ਕੁਝ ਸਾਹਮਣੇ ਹੁੰਦੇ ਆਵੇਂ, ਜਿਵੇਂ ਸਪੋਜ਼ ਕਰੋ ਬੁੱਕ 'ਚ ਨੌਲੇਜ ਪਈ ਹੈ ਅਤੇ ਬੰਦਾ ਅਨਪੜ੍ਹ ਬੈਠਾ ਹੈ। ਮਾਸਟਰ ਕੀ ਕਰਦਾ? ਉਹ ਕਹਿੰਦਾ ਪੜ੍ਹ ਇਹਨੂੰ, ਪੜ੍ਹਨ ਨਹੀਂ ਸਿਖਾਉਂਦਾ, ਪੜ੍ਹਾਉਂਦਾ ਹੈ। ਅਤੇ ਇਸ ਤਰੀਕੇ ਨਾਲ ਪੜ੍ਹਾਉਂਦਾ ਕਿ ਉਹ ਸਾਰਾ ਕੁਛ ਸਮਝ ਆ ਜਾਂਦਾ ਹੈ। ਸਾਹਮਣੇ ਚੀਜ਼ ਪਈ ਹੈ, ਉਹਦੀ ਸਕਿੱਲ, ਉਹਨੂੰ ਕਰਨਾ ਕਿਵੇਂ ਹੈ, ਉਹਦੀ ਹੁਨਰਿਆਬਤਾ, ਮਾਸਟਰ ਹੈਲਪ ਕਰਦਾ। ਗੁਰੂ ਇਹ ਹੈ। ਪਰ ਇੱਥੇ ਗੁਰੂ ਇੱਕ ਫਿਜ਼ੀਕਲ ਫਾਰਮ ਦੇ ਇਕੱਲੇ ਦੇ ਵਿੱਚ ਨਹੀਂ ਆ ਰਿਹਾ ਹੈ। ਇੱਥੇ ਗੁਰੂ ਜਿਹੜਾ ਹੈ ਬਿਲਕੁਲ ਇੱਕ ਇੰਟਲੈਕਚੁਅਲ ਇੰਸਟੀਟਿਊਸ਼ਨ ਦੇ ਰੂਪ ਵਿੱਚ, ਸ਼ਬਦ ਗੁਰੂ ਦੇ ਰੂਪ ਵਿੱਚ ਵੀ ਆ ਰਿਹਾ ਅਤੇ ਇੱਕ ਪੰਥ ਦੇ, ਕੌਮੀਅਤ ਦੇ ਰੂਪ ਦੇ 'ਚ ਆ ਰਿਹਾ। ਇਹਦੇ 'ਚ ਸਾਡਾ ਸਾਰਿਆਂ ਦਾ ਰੋਲ ਆ। ਇੱਕ ਫੈਮਿਲੀ ਦੀ ਅਪਬ੍ਰਿੰਗਿੰਗ ਤੋਂ ਲੈ ਕੇ ਇੱਕ ਪੂਰੇ ਕਮਿਊਨਿਟੀ ਇਨਵਾਇਰਮੈਂਟ ਦੇ ਵਿੱਚ ਗੁਰੂ ਵਰਤਦਾ ਆ, ਤਾਂ ਜਾ ਕੇ ਗੁਰੂ ਸਮਝ ਆਉਂਦਾ। ਸੋ ਇਹ ਜਿਹੜਾ ਗ੍ਰੰਥ ਅਤੇ ਪੰਥ ਦਾ ਕੌਨਸੈਪਟ ਹੈ, ਇਹਦੇ ਵਿੱਚੋਂ ਫਿਰ ਤੁਹਾਨੂੰ ਪ੍ਰਸਾਦ ਮਿਲਦਾ ਆ। ਦੈਨ ਯੂ ਕੈਨ ਰੀਅਲੀ ਇੰਜੋਏ ਜਿਹੜੀ ਉਸ ਅਕਾਲ ਪੁਰਖ ਵਾਹਿਗੁਰੂ ਦੀ ਆਵਾ। ਤੁਹਾਡੇ ਬਜ਼ੁਰਗ ਇੰਜੋਏ ਕਰਦੇ ਰਹੇ, ਉਹਨੂੰ ਮਾਣਦੇ ਰਹੇ। ਜਿਸ ਲੈਵਲ 'ਤੇ ਉਹ ਲੈ ਕੇ ਗਏ ਆਪਣੇ ਜੀਵਨ ਨੂੰ, ਬੰਦਾ ਜਿਹਦੇ 'ਚ ਉਹਨਾਂ ਸ਼ਹਾਦਤਾਂ ਤੱਕ ਪ੍ਰਾਪਤ ਕਰ ਦਿੱਤੀਆਂ, ਜਿਹਦੇ 'ਚ ਉਹਨਾਂ ਨੇ ਉਸ ਚੀਜ਼ਾਂ ਸਥਾਪਿਤ ਕੀਤੀਆਂ ਜਿਹਨੂੰ ਅੱਜ ਵੀ ਬੰਦਾ ਪੜ੍ਹਦਾ ਅਤੇ ਕਹਿੰਦਾ ਇਟਸ ਟੂ ਗੁੱਡ ਟੂ ਬਿਲੀਵ। ਐਵੇਂ ਹੋ ਨਹੀਂ ਸਕਦਾ, ਐਵੇਂ ਦੇ ਬੰਦੇ ਵੀ ਹੋਣਗੇ ਧਰਤੀ 'ਤੇ। ਹਾਂ ਭਾਈ, ਤੁਹਾਡੇ ਬਜ਼ੁਰਗ ਤੁਹਾਡੇ ਪੁਰਖੇ ਹੋਏ ਇਸ ਰੂਪ ਦੇ ਵਿੱਚ। ਸੋ ਇਹ ਸਤਿਗੁਰੂ ਪ੍ਰਸਾਦ, ਉਹਦੀ ਬਖਸ਼ਿਸ਼ ਨਾਲ ਇਹ ਚੀਜ਼ ਹੋ ਸਕਦੀ ਹੈ। ਅੱਗੇ ਵਾਕ ਪ੍ਰਾਰੰਭ ਕਰ ਰਹੇ ਹਾਂ। ਪਹਿਲਾ ਹੀ ਪਦਾ ਰਹਾ ਉਹਦਾ ਬੰਧ ਹੈ। ਮਹਾਰਾਜ ਕਹਿੰਦੇ ਨੇ, ਪ੍ਰੀਤ ਪ੍ਰੀਤ ਗੁਰੀਆ ਮੋਹਨ ਲਾਲਨਾ, ਜਪ ਮਨ ਗੋਬਿੰਦ ਏਕੈ, ਅਵਰ ਨਹੀਂ ਕੋ ਲੇਖੈ, ਸੰਤ ਲਾਗ ਮਨ ਹੈ ਛਾਟ, ਦੁਬਿਧਾ ਕੀ ਕੁਰੀਆ। ਕਿਆ ਲਫ਼ਜ਼ ਪਾਏ ਨੇ ਗੁਰੂ ਬਾਬਾ ਜੀ ਨੇ। ਇਸ ਤਰੀਕੇ ਨਾਲ ਜਿਵੇਂ ਸੁੱਚੇ ਮੋਤੀਆਂ ਦਾ ਕੋਈ ਹਾਰ ਪਰੋ ਰਿਹਾ ਇੱਕ ਇੱਕ ਕਰਕੇ। ਇਸ ਤਰੀਕੇ ਨਾਲ ਪ੍ਰੀਤ ਪ੍ਰੀਤ ਗੁਰੀਆ, ਪ੍ਰੀਤ ਪਿਆਰ, ਸਨੇਹ, ਲਵ, ਜਿਹੜੀ ਲਵ ਐਂਡ ਅਫੈਕਸ਼ਨ ਅਸੀਂ ਕਹਿੰਦੇ ਹਾਂ ਜਿਹਨੂੰ। ਇਹਦੇ 'ਚ ਇਹ ਹੈ ਕਿ ਜਿਹੜੇ ਵਰਡਸ ਨੇ ਇਹਨਾਂ ਦਾ ਪ੍ਰਯੋਗ, ਸਦਪ੍ਰਯੋਗ ਅਤੇ ਦੁਰਉਪਯੋਗ। ਮੈਂ ਤਾਂ ਬੱਚਿਆਂ ਨਾਲ ਡਰੱਗਸ ਦੇ ਉੱਤੇ ਵਰਕਸ਼ਾਪਸ ਕਰਦਾ ਕਾਫੀ ਜ਼ਿਆਦਾ, ਜਦੋਂ ਕਿਤੇ ਸਮਾਂ ਹੁੰਦਾ। ਅਤੇ ਉਹਦੇ 'ਚ ਹੁੰਦਾ ਕਿ ਅਸੀਂ ਉਹਨਾਂ ਨੂੰ ਕਹਿੰਦੇ ਹਾਂ ਕਿ ਡਰੱਗਸ ਯੂਜ਼, ਮਿਸਯੂਜ਼ ਔਰ ਅਬਿਊਜ਼, ਐਵਰੀਥਿੰਗ ਮੈਟਰਸ। ਉਹਦਾ ਯੂਜ਼ ਕਰਨਾ ਵੀ ਮੈਟਰ ਕਰਦਾ ਸਾਡੇ ਨੂੰ, ਉਹਦਾ ਮਿਸਯੂਜ਼ ਕਰਨਾ ਵੀ, ਉਹਦਾ ਅਬਿਊਜ਼ ਕਰਨਾ ਵੀ। ਇਕੱਲਾ ਇਹ ਕਹਿ ਦੇਣਾ ਕਿ ਯੂ ਨੋ ਡਰੱਗਸ, ਓ ਨੋ ਨੋ ਨੋ, ਆਈ ਡੋਂਟ ਵਾਂਟ ਟੂ ਇਵਨ ਲਿਸਨ ਇਟ। ਨੋ, it matters to everyone because we are all using in some sort of form each and every day, even in day-to-day life. Drugs has been actually used. Drugs still actually we are using drugs. ਸਾਰੀਆਂ ਦਵਾਈਆਂ ਡਰੱਗਸ ਨੇ। ਸੋ ਹਰ ਚੀਜ਼ ਮੈਟਰ ਕਰਦੀ ਹੈ। ਸਾਨੂੰ ਪਤਾ ਹੋਏ ਅਸੀਂ ਕੀ ਦਵਾਈ ਕਦੋਂ ਕਿਸ ਤਰੀਕੇ ਨਾਲ ਖਾਣੀ ਹੈ। ਅਸੀਂ ਕਈ ਵਾਰੀ ਇਹ ਵੀ ਸੋਚਦੇ ਹਾਂ ਕਿ ਜਿਹੜਾ ਇਲੀਸਿਟ ਡਰੱਗਸ ਨੇ, ਜਿਹੜੇ ਇਲੀਗਲ ਡਰੱਗਸ ਨੇ, ਇਹ ਬੰਦਿਆਂ ਨੂੰ ਤੰਗ ਕਰਦੇ ਨੇ, ਇਹ ਮਾਰਦੇ ਨੇ। ਸਾਡੀ ਸਟੱਡੀ ਇਹ ਦੱਸਦੀ ਹੈ ਸਭ ਤੋਂ ਜਿਹੜਾ ਵੱਡੀ ਐਡਿਕਸ਼ਨ ਹੈ ਲੋਕਾਂ ਦੇ ਵਿੱਚ, ਉਹ ਪ੍ਰਿਸਕ੍ਰਾਈਬਡ ਜਾਂ ਓਵਰ ਦਾ ਕਾਊਂਟਰ ਡਰੱਗਸ ਦੀ ਹੈ। ਲੋਕਾਂ ਨੂੰ ਇਹ ਨਹੀਂ ਪਤਾ ਜਿਹੜੀ ਪ੍ਰਿਸਕ੍ਰਾਈਬਸ, ਖਾਸ ਕਰਕੇ ਪ੍ਰਿਸਕ੍ਰਿਪਸ਼ਨ ਲੈ ਕੇ ਆ ਰਹੇ ਨੇ, ਉਹ ਕਿੰਨੀ ਖਤਰਨਾਕ ਹੈ। ਜਾਂ ਓਵਰ ਦਾ ਕਾਊਂਟਰ ਐਵੇਂ ਚੱਕ ਕੇ ਗੋਲੀਆਂ, ਐਡਵਿਲ ਦੇ 2 ਡੱਬੇ ਚੱਕ ਲਿਆਂਦੇ, ਟੈਨਲ ਦੇ 2 ਚੱਕ ਲਿਆਂਦੇ, ਮਾੜਾ ਜਿਹਾ ਸਿਰ ਸੁਰ ਦੁਖਾ ਕਹਿੰਦਾ 2 ਟੈਨਲ ਚੱਕ ਤੋਂ, ਇਹਦੇ 'ਚ ਕਿਹੜੀ ਗੱਲ ਹੈ। ਪੈਰਾਸੀਟਾਮੋਲ ਇਨਟੇਕ ਹੋ ਰਿਹਾ, ਆਈਬਰੋਫਿਨ ਇਨਟੇਕ ਹੋ ਰਿਹਾ, ਇਹਨੂੰ ਵਿਦਾਊਟ ਐਨੀ। ਸੋ ਇਹ ਸਭ ਹਰ ਚੀਜ਼ ਮੈਟਰ ਕਰਦੀ ਹੈ। ਸੋ ਸਾਰੇ ਰੂਪ ਵਿੱਚ ਦੇਖੋ।
ਹੁਣ ਇਸ ਮੈਂ ਐਗਜ਼ਾਮਪਲ ਕੀਤੀ ਇਸ ਤਰੀਕੇ ਨਾਲ, ਆਈ ਸ਼ੁੱਡ ਨਾਟ ਗੋ ਦੈਟ ਸਾਈਡ ਬਿਕੋਜ਼ ਅਦਰਵਾਈਜ਼ ਅਸੀਂ ਇਸ ਸ਼ਬਦ ਨੂੰ ਫਿਰ ਡਿਸਕਸ ਨਹੀਂ ਕਰ ਪਾਵਾਂਗੇ। ਜਿਹੜੇ ਵਰਡਸ ਨੇ ਤੁਸੀਂ ਕਿਤੇ ਵੀ ਯੂਜ਼ ਕਰਦੇ ਹੋ, ਉਹਨਾਂ ਦਾ ਪ੍ਰੋਪਰ ਯੂਜ਼, ਉਹਨਾਂ ਦਾ ਮਿਸਯੂਜ਼ ਤੇ ਐਬਿਊਜ਼ ਸਭ ਕੁਝ ਜਿਹੜਾ ਮੈਟਰ ਕਰਦਾ ਹੈ। ਹੁਣ ਵਰਡ ਆ ਆਈ ਲਵ ਯੂ, ਪ੍ਰੀਤ ਪ੍ਰੀਤ ਗੁਰੀਆ ਮੋਹਨ ਲਾਲਨਾ, ਸ਼ਬਦ ਨੂੰ ਧਿਆਨ ਨਾਲ ਦੇਖਣਾ। ਲਵ ਇਟ ਸੈਲਫ, ਸਿੰਬਲ ਆਫ ਲਵ, ਉਹ ਰੋਜ਼ ਫਲਾਵਰਸ ਨੇ ਹਾਰਟ ਬਣਾਇਆ ਹੁੰਦਾ ਆ, ਕਈ ਵਾਰ ਉਹਦੇ 'ਚ ਐਰੋ ਪਾਸ ਕੀਤਾ, ਦੋਜ਼ ਕਾਈਂਡ ਆਫ ਥਿੰਗਸ, ਸਾਰਾ ਉਸ ਤਰੀਕੇ ਨਾਲ। ਪਿਆਰ, ਪ੍ਰੀਤ, ਮੁਹੱਬਤ, ਖਲੂਸ, ਇਸ਼ਕ, ਲਵ, ਵਟ ਐਵਰ ਵੀ ਕੈਨ ਨੇਮ ਇਟ, ਇਹ ਸਾਰੀ ਚੀਜ਼ ਨੂੰ ਲਵੋ ਤੇ ਅੱਜ ਦੇ ਅਸੀਂ ਮਾਹੌਲ 'ਚ ਲੈ ਲਈਏ। ਤੁਸੀਂ ਦੇਖੋ ਜਿਹੜਾ ਸਾਡਾ ਸਾਰੇ ਦਾ ਸਾਰਾ ਸਿਨੇਮਾ ਵਰਲਡ ਆ, ਮਤਲਬ ਭਾਵੇਂ ਉਹ ਸੋ ਕਾਲਡ ਬਾਲੀਵੁੱਡ ਜਿਹਨੂੰ ਕਹਿੰਦੇ ਨੇ, ਜਾਂ ਪੰਜਾਬੀ ਫਿਲਮ ਇੰਡਸਟਰੀ, ਕੁਝ ਕਿਸੇ ਨੂੰ ਲੈ ਲਓ, ਇੱਕੋ ਚੀਜ਼ ਦੇ ਦੁਆਲੇ ਹੀ ਸਾਰਾ ਕੁਝ ਘੁੰਮ ਰਿਹਾ ਬਸ। ਆਪੋਜ਼ਿਟ ਜੈਂਡਰ ਦੀ ਅਟਰੈਕਸ਼ਨ ਅਤੇ ਉਹ ਜਿਹੜੀ ਇੱਕ ਦੂਜੇ ਦੇ ਪ੍ਰਤੀ ਅਟਰੈਕਸ਼ਨ ਹੈਗੀ ਹੈ, ਉਸੇ ਸਟੋਰੀ ਬਣਾ ਕੇ ਤੇ ਇਸੇ ਚੀਜ਼ ਨੂੰ ਸਾਰੀ ਜਿਹੜਾ ਹੈਗਾ ਬਸ ਉਸੇ ਨੂੰ ਉਹਦਾ ਤੜਕਾ ਲੱਗ ਰਿਹਾ ਚਾਰ ਚੁਫੇਰੇ। ਅਖੀਰ ਸਮਾਜ ਦੇ ਵਿੱਚ ਜਿਹੜੀ ਪਿਆਰ ਦੇ ਪ੍ਰਤੀ, ਜਿਹੜੀ ਸਨੇਹ ਦੇ ਪ੍ਰਤੀ, ਖਲੂਸ ਦੇ ਪ੍ਰਤੀ, ਮੁਹੱਬਤ ਦੇ ਪ੍ਰਤੀ ਜਿਹੜੀ ਲੋਕਾਂ ਨੂੰ ਵਾਕਿਆ 'ਚ ਐਜੂਕੇਸ਼ਨ ਹੋਣੀ ਚਾਹੀਦੀ, ਉਹ ਹੈ ਹੀ ਨਹੀਂ। ਜੇ ਤੁਸੀਂ ਪੰਜਾਬੀ ਪੜ੍ਹ ਸਕਦੇ ਹੋ ਤਾਂ ਮੈਂ ਤੁਹਾਨੂੰ ਕੁਝ ਰਿਕਮੈਂਡੇਸ਼ਨ ਕਰਨੀਆਂ ਚਾਹਾਂਗਾ। ਸੌਰੀ ਆਮ ਯੂਜ਼ਿੰਗ ਦਿਸ ਵਰਡ ਰਿਕਮੈਂਡੇਸ਼ਨ, ਜਸਟ ਆਮ ਟਰਾਈਂਗ ਟੂ ਸੁਜੈਸਟ। ਕੁਝ ਬੁੱਕਸ ਨੇ ਬਹੁਤ ਕਮਾਲ ਦੀਆਂ, ਪੜ੍ਹਨ ਵਾਲੀਆਂ ਨੇ। ਇੱਕ ਕਿਤਾਬਚਾ ਹੈ ਚੁੱਪ ਪ੍ਰੀਤ ਦਾ ਸ਼ਹਿਨਸ਼ਾਹ। ਪ੍ਰੀਤ ਬੋਲ ਕੇ ਦੱਸਣਾ, ਜਿੰਨੀ ਦੇਰ ਤੱਕ ਬੋਲੋ ਨਹੀਂ ਕਿਸੇ ਨੂੰ ਕੀ ਪਤਾ ਲੱਗੇਗਾ, ਨਹੀਂ। ਪ੍ਰੀਤ ਸਪੀਕਸ ਇਟ ਸੈਲਫ, ਯੂ ਡੋਂਟ ਹੈਵ ਟੂ ਸੇ, ਵਰਡਸ ਦੀ ਵੀ ਲੋੜ ਨਹੀਂ ਪੈਂਦੀ। ਚੁੱਪ ਪ੍ਰੀਤ ਦਾ ਸ਼ਹਿਨਸ਼ਾਹ, ਪ੍ਰੋਫੈਸਰ ਪੂਰਨ ਸਿੰਘ ਦੀ ਲਿਖੀ ਹੈ। ਇੱਕ ਹੋਰ ਆਰਟੀਕਲ ਹੈ ਬੜਾ ਕਮਾਲ ਦਾ, ਪ੍ਰਿੰਸੀਪਲ ਤੇਜਾ ਸਿੰਘ ਦਾ ਲਿਖਿਆ ਹੋਇਆ, ਘਰ ਦਾ ਪਿਆਰ। ਪਿਆਰ ਸਿਰਫ ਕਿਉਂਕਿ ਅਸੀਂ ਸਾਰੇ ਸਿਨੈਰੀਓ ਨੂੰ ਕਿਸੇ ਹੋਰ ਰੰਗ ਤੇ ਚ ਲੈ ਗਏ। ਐਂਡ ਆਈ ਆਲਵੇਜ਼ ਟਰਾਈ ਟੂ ਟੀਚ ਸਪੈਸ਼ਲੀ ਯੰਗਸਟਰਸ, ਇਫ ਯੂ ਆਰ ਨੋਟ ਏਬਲ ਟੂ differentiate between lust and romance, you won't be able to enjoy the relationship. No. So ਕਈ ਵਾਰ ਅਸੀਂ ਟੈਬੂ ਸਮਝਦੇ ਹਾਂ ਇਹਨਾਂ ਟੌਪਿਕਸ ਤੇ ਗੱਲ, ਵਾਈ ਇਹਨਾਂ ਕਾਹਦੇ ਲਈ ਗੱਲ ਕਰਨੀ ਹੈ ਭਾਈ? ਪ੍ਰੀਤ ਦੀ ਅਸਲ ਨੁਹਾਰੀਅਤ ਨੂੰ ਸਮਝੋ ਨਾ, ਨਹੀਂ ਤੇ ਹੋਏਗਾ ਕਿ ਬੰਦਾ ਕਿਸੇ ਹੋਰ ਚੀਜ਼ ਨੂੰ ਹੀ ਕੁਝ ਹੋਰ ਸਮਝ ਕੇ ਬਹਿ ਜਾਏਗਾ। ਹੁਣ ਇੱਥੇ ਜਿਹੜੀ ਬਾਤ ਆ ਰਹੀ ਹੈ, ਪ੍ਰੀਤ ਸਨੇਹਤਾ ਆ, ਖਲੂਸ ਆ। ਇਸ ਸੰਸਾਰ ਦੇ ਵਿੱਚ ਅਸੀਂ ਜੇ ਪ੍ਰੇਮ ਨੂੰ ਸਹੀ ਤਰੀਕੇ ਨਾਲ ਸਮਝ ਲਾਂਗੇ, ਅਸੀਂ ਰੱਬ ਨੂੰ ਪਾ ਲਾਂਗੇ। ਤੇ ਸਿਰਫ ਲਫ਼ਜ਼ ਨਹੀਂ ਹੈਗੇ, ਇਹ ਗੁਰੂ ਬਾਬਾ ਜੀ ਦੀ ਬਾਣੀ ਦਾ ਹੁਕਮ ਹੈ। ਅਸੀਂ ਬਚਨ ਪੜ੍ਹਦੇ ਹਾਂ, ਸਾਚ ਕਹੋ ਸੁਨ ਲਿਹੋ ਸਭ ਹੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਪ੍ਰੇਮ ਹੀ ਪ੍ਰਭੂ ਦਾ ਦੂਜਾ ਨਾਂ ਆ। ਸਾਨੂੰ ਸਮਝਾਇਆ ਗਿਆ ਰੱਬ ਦੀ ਹੋਂਦ ਕਿਵੇਂ ਹੈ? ਜਤਰ ਤਤਰ ਦਿਸਾ ਵਿਸਾ ਹੋਏ ਫੈਲਿਓ ਅਨੁਰਾਗ। ਕਹਿੰਦੇ ਨੇ ਪ੍ਰੇਮ ਦੀਆਂ 3 ਕੰਡੀਸ਼ਨਸ ਹੁੰਦੀਆਂ ਨੇ, ਰਾਗ, ਬੈਰਾਗ ਤੇ ਅਨੁਰਾਗ। ਜਿੱਥੇ ਅਨੁਰਾਗ ਆ, ਪ੍ਰੀਤ ਦੀ ਇੰਤਹਾ ਆ, ਉੱਥੇ ਜਾ ਕੇ ਜਿਹੜਾ ਹੈਗਾ। ਤੇ ਸਾਨੂੰ ਤੇ ਈਵਨ ਗੁਰੂ ਸਾਹਿਬ ਦਾ ਜਿਹੜਾ ਮਾਰਗ ਹੀ ਹੈ, ਸਭ ਜ਼ਿਕਰ ਕਰਦੇ, ਜੋ ਤੋ ਪ੍ਰੇਮ ਖਿਲਨ ਕਾ ਚਾਓ, ਸਿਰ ਤਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਤਰੀਜੈ। ਕੰਪਲੀਟ ਡੈਡੀਕੇਸ਼ਨ, ਸਮਰਪਣ ਦੇ ਨਾਲ। ਪਰ ਇਹ ਪ੍ਰੀਤ ਨੂੰ ਹੁਣ ਮੈਂ ਕੁਝ ਬਾਣੀ ਦੇ ਵਿੱਚੋਂ ਜਾਂ ਬਾਣੀ ਤੋਂ ਲਿਟਰੇਚਰ, ਬਾਣੀ ਰਿਲੇਟਡ ਲਿਟਰੇਚਰ 'ਚ ਐਗਜ਼ਾਮਪਲ ਕਰ ਦੇਣਾ, ਫਿਰ ਵਾਈਂਡ ਅਪ ਕਰਦਾ ਹਾਂ। ਭਾਈ ਗੁਰਦਾਸ ਜੀ ਦਾ ਇੱਕ ਬੜਾ ਬੇਸ਼ਕੀਮਤੀ ਪਦਾ ਆ, ਉਹ ਐਕਚੁਅਲੀ ਜ਼ਿਕਰ ਕਰਦੇ, ਕਹਿੰਦੇ ਸ਼ੁਰੂਆਤ ਕੀਤੀ ਉਹਨਾਂ ਵੀ ਦੀਪਕ ਪੈ ਆਵਤ ਪਤੰਗ ਪ੍ਰੀਤ ਰੀਤ ਲਗ, ਦੀਪ ਕਰ ਮਹਾ ਵਿਪਰੀਤ ਮਿਲ ਜਾਰ ਹੈ, ਅਲ ਚਲ ਆਵਤ ਕਮਲ ਪੈ ਸਨੇਹ ਕਰ, ਕਮਲ ਲੰਪਟ ਬਾਂਧ ਪ੍ਰਾਣ ਪ੍ਰਹਾਰ ਹੈ, ਮਨ ਬਚ ਕਰਮ ਜਲ ਮੀਨ ਲਿਵ ਲੀਨ ਗਤ, ਬਿਛਰਤ ਰਖਤ ਨ ਗਹਿ, ਬਿਛਰਤ ਰਖਤ ਨ ਸਕਤ ਗਹਿ ਡਾਰ ਹੈ,
दुखदाई प्रीत की प्रतीत कै मरै ना टरै, गुरसिख सुखदाई प्रीत क्यों विसार है। थोड़ा हार्ड लैंग्वेज है, आई अंडरस्टैंड टोटली, क्योंकि वर्ड जरूर गुरमुखी च ने, पर जिहड़ा असल वर्ड जिहड़ा शब्द है वो ब्रिज है, ब्रिज भाषा है, क्लासिकल लैंग्वेज। भाई गुरदास जी बात करते हो, कहते देखो दीपक पै आवत पतंग प्रीत रीत लग। साडे इत्थे थोड़ी हुण जिहड़ी हैगी समर आ रही ऑफिशियली, तो समर दे विच गर्मी होएगी। गर्मी दे नाल जिहड़ी मिट्टी दीयां पॉकेट्स दे विच, उपरली पॉकेट्स विच गर्मी वधन दे नाल जिहड़ा उहदे च मॉइस्चर दे नाल उहदे अंदर जिहड़े मिनरल्स ते प्रोटीन आ उहदे विचों छोटे छोटे बग्स पैदा होणगे, जिन्हां नूं असीं सिਉਂਕ, दिमक या भंबट कह दिंदे आ, पतंगे। ये मदर नेचर का तरीका आ, जिवें थोड़ी थोड़ा गर्मी मॉइस्चर वधदा उहदे चों उस तरीके नाल पतंगे भंबट पैदा हो जाते हैं। तो वो पतंगे भंबट जिहड़े पैदा होंदे ने वो एकदम जदों पर निकल के उड़ते हैं तो जाते किधर ने, रोशनी वाले पासे। भाई गुरदास जी कहते दीपक पै आवत पतंग प्रीत रीत लग। प्रीत दी रीत दा मारिया होया, प्यार दे च बहुत गूढ़ा बज्झा होया दीवे दी लो नूं, उस रोशनी नूं मानण वास्ते पतंगा भज्जिया तुरया लगा हुंदा। मतलब आम करके क्या आ जाता भी फलाने की प्रीत पतंगे ते दीवे वर्गी प्रीत है। भाई कमाल की प्रीत है, बिल्कुल ठीक है। सदियां तो असीं वेखदे हां ते अज भी किते दीवा बलदा होए पतंगा राइट वे जिहड़ा पहुंच जाएगा दीवे तक। पर यह भी सच्चाई है कि उस पतंगे दी प्रीत दे इवज विच उस दीवा जिहड़ा आ, दीपक जिहड़ा आ, लैंप जिहड़ा आ, उहनूं की रिटर्न करदा, उहनूं की दिंदा आ? मौत। एक किहो जी प्रीत आ। भाई गुरदास जी का बचन कहते दीपक आवत पतंग प्रीत रीत लग, दीप कर महा विपरीत। वो बिल्कुल विपरीत, बिल्कुल उल्टबासी करता आ। फिर करता की है, दीप कर महा विपरीत मिले हुए जार है, उन्होंने साड़ के सवा कर देंदा है। इहो जी प्रीत का की करांगे। इस संसार दे विच ना साडा जिहड़ा मोह आ एक तरफा आ। असी चीज़ां दे मगर भजदे आ, वस्तां दे, रिश्तियां दे, संबंधां दे मगर भजदे आ, दुखी हुंदे आ। बैलेंस्ड अप्रोच अडॉप्ट करो। तो बैलेंस्ड अप्रोच तां अडॉप्ट करोगे जे सही चीज़ नूं पकड़ोगे। तो शुभ आप बनो, शुभ गुण अख्तियार करो। मीन जिहड़ी ह्यूमन वर्चूज की गल आ, क्वालिटीज़ की गल आ, उन्होंने अडॉप्ट करो, उन्हां दे गाहक बनो। जो इस तरीके का मैच होएगा, सजात मेल होंदा है, बेजात मेल नहीं होंदा कभी भी। जो सजातता हो जाएगी, तुसी किसी खास एक श्रेणी के नाल संबंध रखते हो गुणां दे पक्ष तो, तुहानूं उहो जिहा मैच मिलेगा फिर धरती के उत्ते। हर रिश्ते दे विच, हर संबंध दे विच उत्थे जाके खुशी मिलती, सुख मिलता है। जिहड़ी सैल्वेशन है, जिहड़ा खुशनुमा वो एहसास आ, ये सिर्फ फेक मनोवेग नहीं हैगा कि बंदे दे मन दे विच एक बंदे ने फुरना फुटा लिया अंदर ते बैठा फील खुशी महसूस करी जाता है अखां बंद करके। जोगी करते सी एवें। संसार सारा तप रहा है, सड़ रहा है, आले दुआले हालत पतली हुई पई है, रिश्ते नाते संबंध गरक रहे ने, गल रहे ने, ते बंदा बंदा कहंदा मैं बड़े आनंद च। भाई ये सारा कुछ की हो रहा है? चीज़ां नूं सही जिन्हों कह रहे परस्पैक्टिव विच, सही भावना विच, सही तरीके दे नाल उन्होंने ग्रैब करना है। फिर एक चीज़ होर देखिया जे, गुण गुणां नूं पैदा करने च मदद करते हैं, गुण गुणां नूं आले दुआलियों इवॉल्व करने च हेल्प करते हैं। हुण जे सवेर तो शाम तक असीं यही बिजनेस रखिया आ भी कमियां ही वेखणियां ने, खामियां ही वेखणियां ने, औगण ही वेखणे ने, सब दे सारियां जिन्हों वेख्या, जिन्हों सुनिया, जिन्हों पढ़िया, इक्को यही ऑब्जरवेशन चली जा रही है। फिर प्रीत कादी आएगी? फिर तो अंदर सब जिहड़ा हैगा सब तरीके की अंदर कला कलेश चलेगा, चीज़ां चलणगियां। यही चीज़ां असीं आले दुआले अपने रिश्ते नातियां च नोट करते हैं, यही अपने अंदर नोट करते हैं। अपने आप नाल भी बंदा प्यार नहीं करता। बहुती बारी अपने आप नूं भी बंदा जिहड़ा हैगा ना एप्रीशिएट करता है, ना उन्होंने एहसास है, ना उन्होंने इंजॉय ही करता है, बल्कि अपने आप नाल भी कलेश। डिप्रैशन की है एक्चुअल लैवल पर?
डिप्रैस्ड हो जाना। बंदा अपनी जिहड़ी अंत अपने आपे नाल एक फ्रस्ट्रेशन आ जिहड़ा अपने आपे तो एक उन्होंने जिस तरीके दे नाल उन्होंने जिहड़ी है उस तरीके दे नाल एक निराशता हुंदी है, एक उन्होंने एक लैवल ते जाके महसूस हुंदा है भी नहीं नहीं ये चीज़ वो सारे देखना पेगा कि जिस चीज़ नूं तू ज़्यादा अटेंशन पे करी जा रहा है, कमियां खामियां किहदे च नहीं होणगियां संसार दे विच। कमियां खामियां नूं दूर किया जा सकता है, उन्होंने ध्यान में रखा भी जा सकता है, पर उन्होंने चीज़ों को पकड़ के ही बह जाएंगे फिर तो कुछ भी नहीं चलेगा। बंदा गलती करता है, खामी है, कमी है, वो सारे वेख छड़, चंगियाई नूं फड़, उस चीज़ दे नाल जुड़, आले दुआले भी चंगा नोट कर, हौली हौली करके तेनों पता लगा प्रीत प्रीत गुरिया मोहन लालना, तेरी प्रीत का सुच्चा रंग तेनों प्राप्त होएगा। मोहन लालना, तू रब की लालिमा नूं वेखेगा, उहनूं वेखना शुरू करेगा। चार चपेरे हर एक दे विच, अपने विच भी ये रूप ये है, ये फॉरगिवनेस भी आउंदी है, मुआफ करने की, क्षमा करने की शक्ति बंदे दे अपने नूं आले दुआले नूं। इहदे विच बंदे नूं नवां लर्न करन की भावना भी आउंदी है। बंदा जिन्होंने बचन सिख दिन विचारे साहिब मेरा नीत नवा, हर पल नूं नवां समझदा है, हर दिन नूं नवां समझदा आ, हर रिश्ते नूं नवां समझदा आ, इस चीज़ तरीके नाल चलदा है। फिर उस रूप के अंदर फिर है वो हौली हौली करके अपने आप को तोरदा आ। तो एक दिन महसूस हुंदा आ रब किते दूर नहीं, मेरे अंग संग ही है। किवें अंग संग आ, मेरे स्वरूप विच भी वो आ, मेरे हर रिश्ते च भी वो है। अदरवाइज जिहो जिहा वैसटर्नाइज कल्चर च असीं रह रहे हैं, इत्थे ते माफ़ी मंगांगा लोग एवें रिश्ते बदलते हैं जिवें कपड़े बदली दे ने। एक दे नाल है फ्रस्ट्रेशन होई, दूजा दूजा तीजा, हर लैवल दे दोस्ती मित्रता ईवन लाइफ पार्टनर के रूप में तुसीं देखोगे। हुण प्रीत प्रीत गुरिया मोहन लालना, ये कित्थों समझ लगेगी? इत्थे प्रीत का मैं पहले बात की भी जिहड़ा लव इट सैल्फ आ, जिहड़ा वर्ड आ, उसे नूं ही बड़ा बड़ा सुपरफिशियल वे नाल अंडरस्टैंड कर लिया उन्होंने। गुरु बाबा जी ने प्रीत की उस सुचजता की बात की थी। एक छोटी जी एग्जाम्पल कर देना होर दे नाल, क्योंकि बाई चांस बात आ रही है इत्थे। एक मैं चीज़ पढ़ी किसी मैगजीन दे विच, आई हैवंट सीन दैट बट आई रेड इट। इंग्लैंड दे विच कोई एक उन्होंने कोई प्रोग्राम किया, शायद स्काई केबल वालियां ने, हू इज़ द बेस्ट हसबैंड, इस तरीके का कोई प्रोग्राम, बेस्ट हसबैंड लभना लंडन शहर विचों। खैर वो बाबत नॉमीनेट करो, नॉमीनेशन हुई, किसी ने अपने हसबैंड नूं करता, किसी ने अपने फ्रेंड के हसबैंड नूं करता, किसी ने जिहड़ा हैगा अपने किसी फ्रेंड नूं कर दिता। मतलब इस तरीके नॉमीनेशन हो गई, बहुत ज़्यादा उन्होंने को आईयां। उन्होंने डिफरेंट डिफरेंट वे दे नाल लोकां नूं विजिट किया, जिहड़ा हैगा कैंडीडेट्स जिहड़े नॉमीनेट होए उन्होंने फाइनलाइज किया, करदियां 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 अखीर जिहड़ा हैगा उन्हां दा एक फिनाले जिहड़ा सीगा वो लियांदा उन्होंने, यस वी हैव फाउंड एट लिस्ट जिहड़ा हैगा वाकई जिहड़ा इस टाइटल दे नाल फिट बैठदा। चलो जी ठीक, बात आ गई। हुण जो फिट बैठण वाले कैंडीडेट की गल आई, अज वो कैंडीडेट उन्होंने स्टेज पर बुलाया गया भी तेनों असीं हुण जिहड़ा हैगा इत्थे अवार्ड देना। बड़ी वधिया गल है, सारे उत्ते मोस्टली कपल बैठे ने उस तरीके नाल। जदों आया तो शख्स कल्ला है, उहदे नाल उहदे जिहड़ा पार्टनर आ, जो तुसीं बैटर हाफ कह लो, वाइफ कह लो, वो आई नहीं। वो प्रोग्राम दे जिवें हुण होस्ट चला रहा प्रोग्राम, वो कहंदा भी तेनों बेस्ट हसबैंड का अवार्ड मिल लगा, एंड स्टिल अज भी तेरा पार्टनर तेरे नाल नहीं, भी अवार्ड काहदा इस तरीके, एक कहदा अवार्ड आ। खैर हुण उन्होंने कहा भी हुण तुहानूं इहदे उत्ते सारी सी जिहड़ी है पूरी कहानी सुणाउने भी इनू इस पोजीशन लई असीं चुनिया ही क्यों, अल्टीमेटली विनर किवें होया। जदों ये गल हुई तो फिर पूरी स्टोरी जिहड़ी दिखाई गई, स्टोरी दिखाई उन्होंने पूरी वीडियो दे विच कि शायद ऑलमोस्ट न्यूली वैड कपल सीगा, तो उस तो बाद कोई एक्सीडेंट हुंदा आया तो वाइफ नूं बहुत सीरीयस इंजरीज आउंदियां ने। उहदे नाल
ਉਹਦੀ ਆਲਮੋਸਟ ਜਿਹੜੀ ਮੂਵਮੈਂਟ ਹੈ ਸਾਰੇ ਦੀ ਸਾਰੀ ਉਹ ਚਲੀ ਜਾਂਦੀ ਹੈ ਬਾਡੀ ਦੀ। ਹੁਣ ਐਸੀ ਹਾਲਤ ਦੇ ਵਿੱਚ ਕੀ ਹੋਏਗਾ? ਐਸੀ ਹਾਲਤ 'ਚ ਇਹ ਹੋਏਗਾ ਕਿ ਬੰਦਾ ਗਿਵ ਅਪ ਕਰ ਜਾਏਗਾ, ਰਿਸ਼ਤੇ ਤੋਂ ਭੱਜ ਜਾਏਗਾ ਇਸ ਕਿਸਮ ਦੇ ਨਾਲ। ਪਰ ਇੱਥੇ ਬਾਤ ਇਹ ਹੋਈ ਕਿ ਉਹ ਜਿਹੜਾ ਹਸਬੈਂਡ ਆ ਉਹਦੀ ਪੂਰੀ ਟੇਕ ਕੇਅਰ ਕਰਦਾ ਹੈ। ਅਤੇ ਟੇਕ ਕੇਅਰ ਕਿਵੇਂ ਕਰਦਾ? ਸਵੇਰ ਤੋਂ ਸ਼ਾਮ ਤੱਕ ਉਹ ਦਿਨਚਰਿਆ ਵਿਖਾਉਂਦੇ ਨੇ। ਸਵੇਰੇ ਉੱਠਦਾ ਹੈ, ਉੱਠ ਕੇ ਆਪ ਜੋ ਉਹਨੇ ਵਾਸ਼ਰੂਮ ਵਗੈਰਾ ਯੂਜ਼ ਕਰਨਾ ਉਹ ਕਰਨ ਤੋਂ ਬਾਅਦ ਆਪਣੀ ਵਾਈਫ ਦੀ ਹੈਲਪ ਕਰਦਾ ਸਾਰੇ ਤਰੀਕੇ ਦੇ ਨਾਲ। ਸਾਰਾ ਹੋ ਗਿਆ, ਉਸਨੂੰ ਜਿਹੜਾ ਹੈਗਾ ਉਹਦੇ ਚੇਂਜ ਕਰਦਾ ਕਲੋਥਿੰਗ ਐਵਰੀਥਿੰਗ, ਜੋ ਕੁਛ ਜਿਸ ਤਰੀਕੇ ਨਾਲ ਨੈਸੈਸਰੀ ਹੁੰਦਾ। ਉਸ ਤੋਂ ਬਾਅਦ ਫਿਰ ਬ੍ਰੇਕਫਾਸਟ ਬਣਾਉਂਦਾ। ਬ੍ਰੇਕਫਾਸਟ ਬਣਾ ਕੇ ਆਪਣੇ ਅਤੇ ਆਪਣੀ ਵਾਈਫ ਦੇ ਵਾਸਤੇ ਲਿਆ ਕੇ ਉਹਦੀ ਜਿਹੜੀ ਉਹਦੀ ਅਪਾਰਟਮੈਂਟ ਹੈ ਉਹਦੀ ਗੈਲਰੀ ਵਿੱਚ ਜਾ ਕੇ ਦੋਨੋਂ ਜਣੇ ਬੈਠ ਕੇ ਉਸ ਤਰੀਕੇ ਨਾਲ ਉਹਨੂੰ ਇੰਜੋਏ ਕਰਦੇ। ਫਿਰ ਉਸਨੂੰ ਦੁਬਾਰਾ ਉਹਦੇ ਜਿਹੜਾ ਹੈਗਾ ਜਿੱਥੇ ਰੈਸਟ ਕਰਨ ਵਾਲੀ ਜਗ੍ਹਾ ਉੱਥੇ ਬਿਠਾ ਕੇ ਦੁਪਹਿਰ ਦਾ ਆਪਣੇ ਆਫਿਸ ਜਾਣ ਵਾਲਾ ਲੰਚ ਪੈਕ ਕਰਦਾ ਅਤੇ ਉਹਦੇ ਲਈ ਲੰਚ ਤਿਆਰ ਕਰਦਾ। ਉਹ ਲੰਚ ਤਿਆਰ ਕਰਕੇ ਉਸ ਤਰੀਕੇ ਨਾਲ ਸਾਰਾ ਪ੍ਰਪੇਅਰ ਕਰਕੇ ਰੱਖ ਕੇ ਅਤੇ ਉਸ ਤੋਂ ਬਾਅਦ ਫਿਰ ਉਹ ਆਫਿਸ ਜਾਣ ਲਈ ਨਿਕਲਦਾ। ਉਸ ਤੋਂ ਪਹਿਲਾਂ ਡੇ ਟਾਈਮ ਉਹਦੀ ਟੇਕ ਕੇਅਰ ਜਿਹੜੀ ਹੈਗੀ ਟੇਕ ਕੇਅਰ ਕਰਨ ਵਾਸਤੇ ਜਿਹੜੀ ਨਰਸ ਹੈ ਉਹ ਆ ਜਾਂਦੀ ਹੈ। ਉਹਨੂੰ ਸਾਰਾ ਸਮਝਾ ਦਿੰਦਾ ਪਿਆ ਸਮਾਨ ਇੱਥੇ ਇੱਥੇ ਪਿਆ ਹੈਗਾ। ਸਾਰੇ ਦਿਨ ਵਾਸਤੇ ਜਿਹੜੀ ਉਹਨੂੰ ਮੈਗਜ਼ੀਨ ਪੜ੍ਹਨ ਵਾਸਤੇ ਚਾਹੀਦੀ ਹੈ, ਜੋ ਉਹਨੇ ਸ਼ੋਅ ਦੇਖਣਾ, ਐਵਰੀਥਿੰਗ ਐਕਚੁਅਲੀ ਅਰੇਂਜ ਕਰਦਾ ਪੂਰੀ ਤਰ੍ਹਾਂ। ਫਿਰ ਉੱਥੋਂ ਸਿੱਧਾ ਆਫਿਸ ਚਲਾ ਜਾਂਦਾ ਹੈ। ਆਫਿਸ ਪਹੁੰਚਣ ਦੇ ਨਾਲ ਪਹਿਲਾ ਕੰਮ ਕੀ ਕਰਦਾ ਕਿ ਉਹਨੂੰ ਕਾਲ ਕਰਦਾ ਹੈ, ਮੈਂ ਪਹੁੰਚ ਗਿਆ ਆਫਿਸ, ਹਾਊ ਆਰ ਯੂ, ਤੇਰਾ ਦਿਨ ਕਿਵੇਂ ਚੱਲ ਰਿਹਾ? ਠੀਕ ਹੈ ਜੀ ਸਾਰਾ। ਉਸ ਤੋਂ ਬਾਅਦ ਉਹ ਕੰਮ ਕਰਦਾ, ਜਿਹੜੀ ਕਾਫੀ ਬ੍ਰੇਕ ਹੁੰਦੀ ਹੈ ਪਹਿਲੀ, ਫਿਰ ਦੁਬਾਰਾ ਉਹਨੂੰ ਕਾਲ ਕਰਦਾ। ਅਤੇ ਮੋਸਟਲੀ ਹਰ ਰੋਜ਼ ਰੂਟੀਨ ਦੇ ਵਿੱਚ ਉੱਧਰੋਂ ਉਸ ਨੂੰ ਜਿਹੜਾ ਹੈਗਾ ਉਹ ਕਾਫੀ ਵਗੈਰਾ ਬ੍ਰੇਕ ਲੈ ਲੈਂਦੀ, ਉਹ ਲੈ ਲੈਂਦਾ। ਫਿਰ ਲੰਚ ਵਿੱਚ ਵੀ ਇਸੇ ਤਰੀਕੇ ਨਾਲ ਹੁੰਦਾ। ਫਿਰ ਇਸੇ ਤਰੀਕੇ ਨਾਲ 10 ਕੇ ਆਫਿਸ ਤੋਂ ਨਿਕਲਦਾ, ਘਰ ਪਹੁੰਚਦਾ, ਆ ਕੇ ਉਹਦੇ ਨਾਲ ਬੈਠ ਕੇ ਜਿਵੇਂ ਦਿਨ ਉਹਦਾ ਬਤੀਤ ਹੋਇਆ ਉਹਦੇ ਕੋਲੋਂ ਸੁਣਦਾ, ਫਿਰ ਆਪਣੇ ਆਪ ਬਾਰੇ ਦੱਸਦਾ ਹੈਗਾ। ਅਤੇ ਇਹ ਰਿਸ਼ਤਾ ਪਿਛਲੇ ਕਈ ਸਾਲਾਂ ਤੋਂ ਇਸ ਤਰੀਕੇ ਨਾਲ ਚੱਲ ਰਿਹਾ ਹੈਗਾ। ਐਂਡ ਬੋਥ ਆਰ ਲਿਵਿੰਗ ਹੈਪੀਲੀ, ਦੇ ਡੋਂਟ ਹੈਵ ਐਨੀ ਕੰਪਲੇਂਟ ਟੂਵਰਡ ਈਚ ਅਦਰ। ਹੁਣ ਇੱਥੇ ਕੀ ਹੈ? ਜੇ ਤੇ ਪ੍ਰੀਤ ਸਿਰਫ ਇੱਕ ਫਿਜ਼ੀਕਲ ਰਿਲੇਸ਼ਨਸ਼ਿਪ ਹੈ, ਦੈਨ ਪ੍ਰੀਤ ਕਾਹਦੀ ਹੈ? ਦੇਖੋ, ਮਾਫੀ ਚਾਹਾਂਗਾ ਮੈਂ ਪਹਿਲਾਂ ਹੀ ਕਿਹਾ, ਮੋਸਟ ਆਫ ਦਾ ਟਾਈਮ ਵੀ have taboos to talk about these things, and because we are not talking about it, and due to those reasons we are lacking a lot in relationships. Otherwise Bani is totally clear this side. Bani ਕਹਿੰਦੀ ਹੈ ਧਨ ਪੇ ਰਹਿ ਨਾ ਆਖੀਆਂ ਬਹਿਣ ਇਕੱਠੇ ਹੋਏ। ਜਸਟ ਦੋ ਜਣਿਆਂ ਦੇ ਇਕੱਠੇ ਰਹਿਣ ਨੂੰ ਤੁਸੀਂ ਪਤੀ ਪਤਨੀ ਨਹੀਂ ਕਹਿ ਸਕਦੇ। husband wife relationship doesn't establish just by living together. Very simple. Then Maharaj, how can we create a meaningful relationship? ਇੱਕ ਜੋਤ ਦੋਇ ਮੂਰਤੀ ਤਨ ਪਿਰ ਕਹੀਆਂ ਸੋਏ, ਸੋਲਮੇਟ ਜਿਹਨੂੰ ਕਹਿੰਦੇ ਹਾਂ ਅਸੀਂ। ਹੁਣ ਇਹ ਜਿਹੜੀ ਬਾਤ ਆ, ਤੇ ਮੈਂ ਖਾਸ ਇੱਕ ਜਿਹੜੀ ਹੈਗੀ ਹੈ ਫੈਮਿਲੀ ਲਾਈਫ ਦਾ ਜਿਹੜਾ ਮੇਨ ਰਿਲੇਸ਼ਨਸ਼ਿਪ ਉਹਦੇ 'ਤੇ ਬਾਤ ਕਰ ਰਿਹਾ। ਫਿਰ ਇੱਥੋਂ ਤੁਸੀਂ ਮਾਂ ਬਾਪ ਅਤੇ ਬੱਚਿਆਂ ਦੀ ਰਿਲੇਸ਼ਨਸ਼ਿਪ ਵਿੱਚ ਵੀ ਆ ਜਾਓ। ਪ੍ਰੀਤ ਕੀ ਹੋਈ? ਪ੍ਰੀਤ ਇਹ ਹੋਈ ਕਿ ਜੇ ਮੇਰੀ ਈਗੋ ਨੂੰ ਬੂਸਟ ਕਰਨ ਵਾਲੇ ਕੰਮ ਮੇਰੇ ਬੱਚੇ ਕਰ ਦੇਣ, ਆਈ ਐਮ ਵੈਰੀ ਹੈਪੀ। If they are not doing, they are not achieving those kind of dreams, then definitely I am very upset. I am complaining all the time. ਆਹ ਬੱਚੇ ਕਾਹਦੇ ਨੇ? Exactly, ਬੱਚੇ ਜਿਹੜੇ ਨੇ, if parents are fulfilling their wishes all the time, whatever they are asking, then they are happy. Yeah, I love you dad, I love you mom. And wherever they were actually saying no, this is unacceptable. Then we are saying ਇਹ ਤੇ ਰਾਖਸ਼ ਨੇ ਵਰਸ ਸਿੱਧੂ ਮਾਂ ਬਾਪ ਕਾਹਦੇ ਨੇ? ਕਿਉਂ? ਕਿਉਂਕਿ ਵਿਸ਼ ਨਹੀਂ ਫੁੱਲਫਿਲ ਕਰ ਰਹੇ। ਇਹਦਾ ਮਤਲਬ ਸਵਾਰਥ, ਲਾਲਚ ਇਹੀ ਹੈ, ਇੱਕ ਤਰਫਾ ਪ੍ਰੀਤ ਆ। ਸਿਰਫ ਤੇ ਸਿਰਫ ਜਿਹੜਾ ਹੈਗਾ ਇੱਕੋ ਨਹੀਂ ਸਾਰਾ ਆਪਣੇ ਆਪ ਨੂੰ ਦੇਣਾ ਹੈ, ਦੂਸਰੇ ਨੇ ਕੁਝ ਨਹੀਂ ਉਹਦੇ ਵਿੱਚ ਦੇਣਾ। ਗੁਣਾਤਮਕ ਸਾਂਝ ਤੇ ਆ ਜਾਓ। ਨਾ ਆਪਣੀ ਐਨਰਜੀ ਇਹੋ ਜਿਹੇ ਰਿਸ਼ਤਿਆਂ 'ਚ ਬਹੁਤ ਜ਼ਿਆਦਾ ਵੇਸਟ ਕਰੋ, ਨਾ ਐਕਸੈਪਟੇਸ਼ਨ, ਬਹੁਤ ਜ਼ਿਆਦਾ ਚੀਜ਼ਾਂ ਜਿਹੜੀਆਂ ਐਕਸਪੈਕਟ ਕਰੋ ਇਸ ਤਰੀਕੇ ਦੇ ਨਾਲ। ਨਾ ਦੂਜੇ ਨੂੰ ਇਸ ਤਰੀਕੇ ਨਾਲ ਜਿਹੜਾ ਹੈ ਜੱਜ ਕਰਨ ਦਾ ਮੌਕਾ ਦਿਓ, ਬਲਕਿ ਗੁਣਾਤਮਕ ਪੱਖ ਨੂੰ ਉਹਨੂੰ ਇਵੋਲਵ ਕਰੋ। ਇਹ ਹੈ ਆਪਣੇ ਜੀਵਨ ਨੂੰ ਕਿਸੇ ਵੱਡੇ ਆਦਰਸ਼ ਨੂੰ ਸਮਰਪਿਤ ਕਰੋ। ਉੱਥੇ ਫਿਰ ਰਿਸ਼ਤਿਆਂ ਨਾਤਿਆਂ ਨੂੰ ਉਹਨਾਂ ਨੂੰ ਵੀ ਸੰਭਾਲੋ, ਉਹਨਾਂ ਨੂੰ ਵੀ ਦੱਸੋ ਕਿ ਭਾਈ ਸਾਡਾ ਜਿਹੜਾ ਨਿਸ਼ਾਨਾ ਆ ਉਹ ਇਹ ਹੈ, ਪ੍ਰੀਤ ਗੁਰੀਆ ਮੋਹਨ ਲਾਲਨਾ। ਸਾਡਾ ਪ੍ਰੀਤ ਸਿਰਫ ਪ੍ਰੀਤ ਨਾ ਹੋਏ, ਅਸੀਂ ਮੋਹਨ ਲਾਲਨਾ,
ਅਸੀਂ ਉਸ ਸੁੱਚੇ ਸੁੱਚੇ ਪਿਆਰ ਨੂੰ ਮੰਨਣਾ ਆ ਧਰਤੀ ਦੇ ਉੱਤੇ। ਅਗਲਾ ਬਚਨ ਆ, ਜਪ ਮਨ ਗੋਬਿੰਦ ਏਕ ਹੈ ਉਹ ਮਨਾ। ਉਸ ਇੱਕ ਗੋਬਿੰਦ ਨੂੰ ਜਿਹੜਾ ਸਾਰੀ ਗੋ ਕਹਿੰਦੇ ਧਰਤੀ ਬਿੰਦ ਕਹਿੰਦੇ ਬਿੰਦਨ ਵਾਲੇ ਨੂੰ ਜਿਹਨੇ ਨਿਵਾਜਿਆ ਆ, ਉਹਦਾ ਆਰਾਧਨ ਕਰ। ਅਵਰ ਨਹੀਂ ਕੋ ਲੇਖ ਹੈ, ਬਾਕੀ ਤੇ ਸਭ ਚੀਜ਼ਾਂ ਜਿਹੜੀਆਂ ਕੋਈ ਲੇਖੇ 'ਚ ਨਹੀਂ ਹੈਗੀਆਂ। ਅਸੀਂ ਜਾਂ ਤੇ ਚਾਹੁੰਦੇ ਵੀ ਲੋਕੀ ਮੈਨੂੰ ਪਲੀਜ਼ ਕਰਨ ਤੇ ਜਾਂ ਮੈਂ ਲੋਕਾਂ ਨੂੰ ਪਲੀਜ਼ ਕਰਨ ਤੇ ਲੱਗਾ। ਦੈਟ ਇਜ਼ ਦ ਓਨਲੀ ਥਿੰਗ ਵੀ ਆਰ ਡੂਇੰਗ ਹੋਲ ਆਵਰ ਲਾਈਫ। ਕੋਈ ਪਲੀਜ਼ ਨਹੀਂ ਹੁੰਦਾ। ਐਂਡ ਆਫ ਦ ਡੇ no one is getting any pleasant thing। ਹਾਂ, ਲੋਕੀ ਇਹ ਜ਼ਰੂਰ ਕਹਿੰਦੇ ਮੈਂ ਹਰਟ ਹੋਇਆ ਆ, ਮੈਨੂੰ ਨਿਰਾਸ਼ਤਾ ਹੋਈ ਹੈ। ਕਿਉਂ? ਕਿਉਂਕਿ ਰੌਂਗ ਕੰਮ ਹੋ ਰਿਹਾ ਸੀਗਾ। ਕਦੀ ਕੋਈ ਇਸ ਤਰੀਕੇ ਨਾਲ ਪਲੀਜ਼ ਹੋਇਆ? ਇੱਥੇ ਸਾਹਿਬ ਜ਼ਿਕਰ ਕਰਦੇ, ਅਵਰ ਨਹੀਂ ਕੋ ਲਿਖ ਹੈ ਸੰਤ ਲਾਗ ਮਨ ਹੈ ਛਾੜ ਦੁਬਿਧਾ ਕੀ ਕੁਰੀਆ। ਕੂੜ ਦੀ ਡਗਰ ਕੁਰੀਆ ਨੂੰ ਕਿਹਾ ਜਾਂਦਾ ਹੈ। ਜਿਹੜਾ ਰਾਹ ਹੀ ਗਲਤ ਆ, ਛੱਡ ਦੇ ਉਹਨੂੰ। ਜੇ ਦੁਬਿਧਾ ਦੀ ਕੁਰੀਆ ਨਹੀਂ ਛੱਡੇਗਾ, ਦੁਬਿਧਾ ਹੀ ਹੁੰਦੀ ਹੈ। ਬੰਦਾ ਰੋ ਵੀ ਰਿਹਾ, ਨਿਭਾ ਵੀ ਰਿਹਾ। ਬੰਦਾ ਇਹੋ ਇਸ ਪਲੀਜ਼ ਕਰਨ ਤੇ ਵੀ ਲੱਗਾ ਹੈ ਤੇ ਪਤਾ ਵੀ ਪਲੀਜ਼ ਹੋ ਵੀ ਨਹੀਂ ਰਿਹਾ, ਨਾ ਆਪ ਨਾ ਦੂਜਾ। ਤਾਂ ਅਜੀਬ ਤਰ੍ਹਾਂ ਦੀ ਹਾਲਤ ਹੈ, ਢੋਲ ਵਜਾ ਰਿਹਾ ਗਲ ਪਿਆ। ਸਭ ਕਹਿੰਦੇ ਬਾਹਰ ਆ, ਆਪਣੇ ਆਪ ਨਾਲ ਇਮਾਨਦਾਰ ਹੋ, ਦੂਜਿਆਂ ਨਾਲ ਇਮਾਨਦਾਰ ਹੋ। ਇਸ ਕਿਸਮ ਦਾ ਬਚਨ ਇਹ ਆ ਰਿਹਾ ਹੈ। ਰਹਾਓ ਦਾ ਬੰਦ ਆ। ਬਾਕੀ ਰਹਿੰਦੇ ਬਚਨ 'ਚ ਬੜੀ ਕਮਾਲ ਦੀ ਵਿਵੇਚਨਾ ਆ। ਇਹਦੀ ਫਰਦਰ ਐਕਸਪਲੇਨੇਸ਼ਨ ਹੈਗੀ ਹੈ, ਐਕਸਟੈਂਸ਼ਨ ਜਿਹੜੀ ਉਸ ਤਰੀਕੇ ਨਾਲ ਗੁਰੂ ਸਾਹਿਬ ਨੇ ਜਿਹੜੀ ਐਕਸਟੈਂਸ਼ਨ ਦਿੱਤੀ ਹੈ ਸ਼ਬਦ ਦੀਆਂ ਇਹਦੀਆਂ ਸਤਰਾਂ ਦੇ ਵਿੱਚ। ਅਸੀਂ ਆਉਂਦੇ ਸਮੇਂ 'ਚ ਉਹਦੀ ਡਿਸਕਸ਼ਨ ਪਾਵਾਂਗੇ। ਅੱਜ ਵਾਸਤੇ ਇੱਥੇ ਸਮਾਂ ਸਮਾਪਤ ਹੈ। ਭੁੱਲਾਂ ਗਲਤੀਆਂ ਨਾ ਚਤਾਰਿਓ ਜੇ। ਇੱਥੇ ਹੀ ਫਤਿਹ ਬੁਲਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ